ਸਾਹਿਬ ਜੀਓ ਹਉ ਆਇਆ ਦੂਰੋਂ ਚੱਲ ਕੇ ਮੈਂ ਤਕੀ ਤੋ ਸਰਨਾਏ ਜੀਓ ਮੈਂ ਆਸਾ ਰੱਖੀ ਚਿਤ ਮੈਂ मेरा सब दुख गवाए जियो। वाहिगुरु साहिब जी एक भगत भगवान जह प्राणी कै नाहे मन जैसे सुकर स्वान नानक मानो ताहे तन। एक भगत भगवान जह प्राणी कै नाहे मन जैसे सुकर स्वान नानक मानो ताहे तन। स्वामी को ग्रह ज्यों सदा स्वान तजत नहीं नित नानक एह बिद हर भजो एक मन हुए एक चित। नानक एह बिद हर भजो एक मन हुए एक चित। वाहिगुरु जी का खालसा वाहिगुरु जी की फतेह। धन धन साहिब श्री गुरु तेग बहादुर महाराज पातशाह जी की पवित्र रसना तो उच्चारण किए हुए पावन श्लोक आप जी ने श्रवण किए हैं। सतगुरु पातशाह जी कृपा करते हैं कि जिस मनुख के मन विच अकाल पुरख परमात्मा परमेश्वर की भगती नहीं, वो मनुख का शरीर जिहड़ा है वो इस तरह है जिवें सूकर कहते हैं सूर नूं, स्वान कहते हैं कुत्ते नूं। जिवें कोई सूकर अते स्वान होवे वो मनुख उस सूकर सूर अते कुत्ते की न्याई है जिस मनुख के हृदय विच परमात्मा की भगती नहीं बदली नहीं। दूजे श्लोक विच महाराज पातशाह जी ने फिर अगे कृपा की है कि भावें तू अपने हृदय विच अकाल पुरख परमात्मा की भगती नहीं वसाई, तेरा ये तन उस सूकर सूर वर्गा कुत्ते वर्गा है। पर नाल ये भी दस दिता भी इन्हां जीवां विच जे बहुत सारे अवगुण ने तो कुछ गुण भी नहीं। जे कुत्ते वाल वेखीए तो उहदे विच बहुत वधिया एक गुण भी है कि वो अपने मालिक के दर का वफादार भी होता है। दूसरा सूकर सूर वाल वेखीए तो उनकी खूबी ये है कि जिस नगर विच उहदा वासा होता है उस नगर में वो कभी मैला गंदा नहीं होने देता, उस इलाके की गंदगी को खत्म कर देता है। पातशाह कह लगे जे तेरे हृदय विच भगती बदगी नहीं अकाल पुरख दी, तेरा जीवन एक सूर की न्याई एक कुत्ते की न्याई बन चुके है। पर उन्हां वल वेख उन्हां विच भी कुछ चंगियाइयां कुछ खूबियां ने। महाराज बाणी विच पशुआं दीयां उदाहरणां दे के इस मनुख नूं बाखूबी समझाया। रब्बी बाणी अंदर सतगुरां दा बचन आंदा है, पशु मिलै चंगियाइयां खड़ खावे अमृत दे नाम विहोणे आदमी धृग कर्म करे। तेरे नालों वो पशु किते चंगे, तेरे नालों वो जीव किन्ने चंगे
ਜਿਹੜੇ ਇਸ ਸੰਸਾਰ ਦੇ ਅੰਦਰ ਪਸ਼ੂ ਬਿਰਤੀ ਹੋਣ ਕਾਰਨ ਜਾਂ ਪਸ਼ੂਆਂ ਵਾਲਾ ਜੀਵਨ ਭੋਗ ਰਹੇ ਨੇ, ਪਰ ਉਹ ਮਨੁੱਖਤਾ ਨੂੰ ਅੰਮ੍ਰਿਤ ਵਰਗਾ ਦੁੱਧ ਦੇ ਕੇ ਪਰਉਪਕਾਰ ਕਰ ਰਹੇ ਨੇ। ਤੇ ਇੱਕ ਮਨੁੱਖ ਜਿਹੜਾ ਹੈ ਉਹ ਮਨੁੱਖ ਹੁੰਦਾ ਹੋਇਆ ਵੀ ਮਨੁੱਖਤਾ ਤੋਂ ਸਖਣਾ, ਇਨਸਾਨੀਅਤ ਤੋਂ ਸਖਣਾ, ਪਰਮਾਤਮਾ ਦੀ ਬੰਦਗੀ ਤੋਂ ਸਖਣਾ, ਆਪਣੇ ਇਸ ਸੰਸਾਰ ਵਿੱਚ ਫਟਕਾਰਯੋਗ ਮਾੜੇ ਤੇ ਭੈੜੇ ਕਰਮ ਕਰ ਲਏ। ਗੁਰਦੇਵ ਨੇ ਹੋਰ ਕਿਰਪਾ ਕੀਤੀ, ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਤੇ ਬਾਬਾ ਕਬੀਰ ਜੀ ਦਾ ਇੱਕ ਸ਼ਬਦ ਆਉਂਦਾ ਹੈ, ਉਹ ਆਖਦੇ ਨੇ, ਨਰੂ ਮਰੈ ਨਰ ਕਾਮ ਨ ਆਵੇ। ਕਹਿਣ ਲੱਗੇ ਜਦੋਂ ਬੰਦਾ ਮਰਦਾ ਤੇ ਬੰਦਾ ਕਿਸ ਕੰਮ ਦਾ ਨਹੀਂ। ਪਸ਼ੂ ਮਰੈ 10 ਕਾਜ ਸਵਾਰੈ, ਪਰ ਜਦੋਂ ਕੋਈ ਪਸ਼ੂ ਮਰਦਾ ਹੈ ਤੇ ਕਹਿਣ ਲੱਗੇ ਜਿਉਂਦੇ ਜੀ ਤਾਂ ਪਸ਼ੂ ਮਿਲਣ ਚੰਗਿਆਈਆਂ, ਜਿਉਂਦੇ ਜੀ ਤਾਂ ਲੋਕੀ ਉਹਨਾਂ ਨੂੰ ਚੰਗਾ ਕਹਿੰਦੇ ਨੇ, ਪਰ ਮਰਨ ਤੋਂ ਬਾਅਦ ਵੀ ਪਸ਼ੂ ਜਿਹੜਾ ਕਈ ਕਾਰਜ ਬੰਦੇ ਦੇ ਸਵਾਰ ਦਿੰਦਾ ਹੈ। ਮਰਨ ਤੋਂ ਬਾਅਦ ਵੀ ਪਸ਼ੂ ਦਾ ਚੰਮ ਆਦਿਕ ਜਿਹੜਾ ਉਹ ਕੰਮ ਆਉਂਦਾ ਹੈ, ਮਨੁੱਖ ਉਹਦੀ ਵਰਤੋਂ ਕਰਦਾ ਹੈ। ਪਰ ਇਹ ਮਨੁੱਖ ਨਾ ਜਿਉਂਦੇ ਜੀ ਕਿਸੇ ਦੇ ਕੰਮ ਆਇਆ ਤੇ ਨਾ ਮਰਨ ਤੋਂ ਬਾਅਦ ਕਿਸੇ ਦੇ ਕੰਮ ਆਇਆ। ਬਾਬਾ ਕਬੀਰ ਜੀ ਆਖਦੇ ਨੇ, ਤੇਰਾ ਇਹ ਜੀਵਨ ਫਿਰ ਕਿਸ ਕੰਮ ਦਾ ਹੋਇਆ। ਜੇ ਰੱਬੀ ਬਾਣੀ ਅੰਦਰ ਸ਼ੁਕਰ ਦੀ ਗੱਲ ਕਰਦੇ ਨੇ ਤੇ ਬਾਬਾ ਕਬੀਰ ਜੀ ਆਖਦੇ ਨੇ, ਭਲਿਆ ਤੇਰੇ ਨਾਲੋਂ ਉਹ ਸ਼ੁਕਰ ਕਿਤੇ ਚੰਗਾ ਜਿਹੜਾ ਘੱਟੋ ਘੱਟ ਕਹਿ ਲਗੇ ਨਗਰ ਦੀ ਗੰਦਗੀ ਨੂੰ ਸਾਫ਼ ਤੇ ਕਰਦਾ। ਤੂੰ ਇੰਨਾ ਵੀ ਨਹੀਂ ਆਪਣੇ ਅੰਦਰ ਦੀ ਗੰਦਗੀ ਨੂੰ ਦੂਰ ਕਰ ਸਕਦਾ ਹੋਵੇ। ਭੈੜੀ ਵਿਚਾਰ, ਭੈੜੀ ਸੋਚ, ਘੱਟੋ ਘੱਟ ਆਪਣੇ ਅੰਦਰ ਦੀ ਇਸ ਭੈੜੀ ਮਲੀਨਤਾ ਨੂੰ ਦੂਰ ਕਰ ਲੈ, ਜਿਹੜੀ ਤੇਰੇ ਜੀਵਨ ਵਿੱਚ ਭੈੜੀ ਵਿਚਾਰਾਂ ਦੀ ਗੰਦਗੀ ਹੈ, ਭੈੜੀ ਸੋਚ ਹੈ, ਭੈੜੀ ਬੋਲੀ ਹੈ, ਭੈੜਾ ਸੁਣਨਾ ਹੈ, ਭੈੜਾ ਖਾਣਾ ਹੈ, ਮਾੜਾ ਪਹਿਨਣਾ ਹੈ, ਕਹਿ ਲਗੇ ਮਾੜੀ ਸੰਗਤ। ਘੱਟੋ ਘੱਟ ਆਪਣੀ ਇਸ ਗੰਦਗੀ ਨੂੰ ਆਪਣੇ ਜੀਵਨ ਵਿੱਚੋਂ ਦੂਰ ਕਰ ਲੈ। ਜੇ ਤੂੰ ਸੂਰ ਵੱਲ ਵੇਖੇ ਤੇ ਮਾਰ ਆਖਦੇ ਨੇ ਬਾਬਾ ਕਬੀਰ ਜੀ, ਕਬੀਰ ਸਾਕਤ ਤੇ ਸ਼ੁਕਰ ਭਲਾ। ਕਹਿ ਲਗੇ ਸਾਕਤ ਕਿਹਨੂੰ ਕਹਿੰਦੇ ਨੇ? ਜਿਹੜਾ ਟੁੱਟਿਆ ਹੋਇਆ ਮਨੁੱਖ ਰੱਬ ਨਾਲ, ਜਿਹੜਾ ਸਾਕਤ ਮਨੁੱਖ ਰੱਬ ਨਾਲੋਂ ਟੁੱਟਿਆ ਹੋਇਆ ਹੈ। ਤੇ ਕਬੀਰ ਸਾਹਿਬ ਆਖਦੇ ਨੇ, ਕਬੀਰ ਸਾਕਤ ਤੇ ਸ਼ੁਕਰ ਭਲਾ। ਰੱਬ ਨਾਲੋਂ ਟੁੱਟੇ ਹੋਏ ਬੰਦੇ ਨਾਲੋਂ ਤੇ ਸੂਰ ਚੰਗਾ। ਅੱਛਾ ਰੱਖ ਗਾਉਂ, ਜਿਹੜਾ ਕਹਿ ਲੱਗੇ ਇੱਕ ਪਿੰਡ ਨੂੰ, ਇੱਕ ਨਗਰ ਨੂੰ, ਜਿੱਥੇ ਉਹ ਰਹਿੰਦਾ ਉਹ ਸਾਫ਼ ਰੱਖਦਾ, ਗੰਦਗੀ ਨਹੀਂ ਪੈਣ ਦਿੰਦਾ। ਤੇ ਨਾਲ ਹੀ ਬਚਨ ਕਹਿ ਤਾਂ ਕਹਿ ਲੱਗੇ, ਉਹ ਤੋਂ ਸਾਕਤ ਮਰ ਗਿਆ, ਕੋਈ ਨਾ ਲਹਿ ਨਾ। ਕਹਿਣ ਲੱਗੇ ਸਾਕਤ ਮਰ ਗਿਆ, ਉਹਦਾ ਕੋਈ ਨਾਂ ਲੈਣ ਵਾਲਾ ਨਹੀਂ। ਕਿਉਂ? ਸਾਰੀ ਜ਼ਿੰਦਗੀ ਗੰਦਗੀ ਵਿੱਚ ਜੀਵਨ ਬਤੀਤ ਕੀਤਾ ਤੇ ਅੰਤ ਨੂੰ ਮਰ ਕੇ ਵੀ ਗੰਦਗੀ ਦਾ ਢੇਰ ਹੀ ਰਿਹਾ। ਤੇ ਸੱਚ ਇਹ ਹੈ, ਕਹਿ ਲਗੇ ਕਸੂਰ ਜਿਹੜਾ ਅਸਲ ਦੇ ਵਿੱਚ ਨਗਰ ਵਿੱਚ ਰਿਹਾ ਤੇ ਜਿਉਂਦੇ ਜੀ ਉਹਨੇ ਸਾਰੀ ਗੰਦਗੀ ਨੂੰ ਸਾਫ਼ ਕਰਕੇ ਰੱਖਤਾ। ਤੇਰੇ ਨਾਲੋਂ ਸ਼ੁਕਰ ਕਿਤੇ ਚੰਗਾ ਹੈ। ਦੂਜਾ ਬਚਨ ਬਾਬਾ ਕਬੀਰ ਜੀ ਕਰਦੇ ਨੇ, ਕਹਿ ਲਗੇ ਜੇ ਕੁੱਤੇ ਦੀ ਗੱਲ ਕਰੀਏ ਤੇ ਕਹਿ ਲਗੇ ਉਸ ਵੈਸ਼ਨੋ ਦੀ ਉਹ ਕੁੱਤੀ ਚੰਗੀ, ਜਿਹੜੀ ਕਹਿ ਲਗੇ ਇੱਕ ਵੈਸ਼ਨੋ ਦੇ ਕੋਲ ਰਹਿੰਦੀ ਹੈ ਤੇ ਉਹ ਉੱਥੇ ਰਹਿ ਕੇ ਕਹਿ ਲਗੇ ਪਰਮਾਤਮਾ ਦਾ ਘੱਟੋ ਘੱਟ ਨਾਮ ਤੇ ਸੁਣਦੀ ਹੈ, ਪਰਮੇਸ਼ਰ ਦਾ ਨਾਮ ਸੁਣਦੀ ਹੈ, ਸੰਗਤ ਉਹਦੀ ਚੰਗੀ ਹੈ। ਕਹਿਣ ਲੱਗੇ ਸਾਕਤ ਦੀ ਤੇ ਮਾਂ ਹੀ ਬੁਰੀ ਹੈ। ਕਿਉਂ? ਕਿਉਂਕਿ ਕਹਿਣ ਲੱਗੇ ਉਹ ਘੱਟੋ ਘੱਟ ਉਹਨੂੰ ਪਰਮਾਤਮਾ ਦੇ ਨਾਮ ਨਾਲ ਹੀ ਨਹੀਂ ਜੋੜ ਸਕਦੀ। ਕਬੀਰ ਵੈਸ਼ਨੋ ਕੀ ਕੁਕਰ ਭਲੀ, ਸਾਕਤ ਕੀ ਬੁਰੀ ਮਾਏ। ਕਹਿਣ ਲੱਗੇ ਸਾਕਤ ਜਿਹੜਾ ਰੱਬ ਨਾਲ ਟੁੱਟਿਆ ਉਹਦੀ ਮਾਂ ਹੀ ਬੁਰੀ। ਕਿਉਂ? ਕਹਿਣ ਲੱਗੇ ਵੈਸ਼ਨੋ ਦੀ ਕੁੱਤੀ ਵੈਸ਼ਨੋ ਦੇ ਕੋਲ ਰਹਿ ਕੇ, ਭਾਵ ਇੱਕ ਸਾਧ ਦੇ ਕੋਲ ਰਹਿ ਕੇ ਦੀ ਕੁੱਤੀ ਵੀ ਕਹਿਣ ਲੱਗੇ ਘੱਟੋ ਘੱਟ ਨਾਮ ਸੁਣ ਲੈਂਦੀ ਏ, ਉਹਦੇ ਕੰਨਾਂ ਵਿੱਚ ਨਾਮ ਪੈ ਜਾਂਦਾ ਹੈ। ਤੇ ਇੱਕ ਉਹ ਹੈ ਮਨੁੱਖਾ ਜਨਮ ਹਾਸਲ ਕਰਕੇ ਵੀ, ਕੁੱਖ ਤੋਂ ਜਨਮ ਲੈ ਕੇ ਵੀ ਨਾਮ ਤੋਂ ਹੀਣਾ ਮਨੁੱਖ। ਕਬੀਰ ਸਾਹਿਬ ਆਖਦੇ ਕਹਿ ਲਗੇ ਉਹ ਜੋ ਹਰ ਨਾਮ ਜਸ, ਉਹ ਜੋ ਸੁਣੈ ਹਰ ਨਾਮ ਜਸ। ਉਹ ਇੱਕ ਜਿਹੜੀ ਕੁੱਤੀ ਹੈ ਸਾਧ ਦੇ ਕੋਲ ਰਹਿ ਕੇ ਪਰਮਾਤਮਾ ਦਾ ਨਾਮ ਸੁਣਦੀ ਹੈ।
ਤੇ ਜਿਹੜਾ ਸਾਖਤ ਹੈ, ਕਹਿਣ ਲੱਗੇ ਜਿਹੜਾ ਨਿਤ ਹੀ ਪਾਪ ਕਮਾਉਂਦਾ ਹੈ, ਜੋ ਵਿਸਾ ਹੈ ਪਾਪ, ਜਿਹੜਾ ਨਿਤ ਹੀ ਪਾਪ ਜੀਵਨ ਵਿੱਚ ਕਮਾਉਂਦਾ ਹੈ, ਉਹਦੇ ਨਾਲੋਂ ਤੇ ਫਿਰ ਉਹ ਜਾਨਵਰ ਪਸ਼ੂ ਚੰਗੇ। ਘੱਟੋ ਘੱਟ ਪਾਪ ਤੇ ਨਹੀਂ ਕਰਦੇ ਨਾ, ਗੁਨਾਹ ਤੇ ਨਹੀਂ ਕਰਦੇ ਨਾ, ਮਾੜੇ ਕੰਮ ਤੇ ਨਹੀਂ ਕਰਦੇ ਨਾ। ਤਾਂ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਖਦੇ ਨੇ ਵੀ ਇਹ ਮਨੁੱਖਾ ਜਨਮ ਤੈਨੂੰ ਮਿਲਿਆ, ਪਰ ਤੂੰ ਪਸ਼ੂਆਂ ਦੇ ਤਲ ਤੇ ਇਸ ਜੀਵਨ ਨੂੰ ਬਤੀਤ ਕਰ ਰਿਹਾ ਹੈ, ਪਰ ਪਸ਼ੂਆਂ ਵੱਲ ਵੇਖ, ਉਹਨਾਂ ਵਿੱਚ ਵੀ ਕੁਝ ਨਾ ਕੁਝ ਚੰਗਿਆਈਆਂ, ਚੰਗਾਪਨ ਵੇਖਣ ਨੂੰ ਮਿਲ ਜਾਵੇਗਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਆਖਦੇ ਨੇ ਏਕ ਭਗਤ ਭਗਵਾਨ ਜੇ ਪ੍ਰਾਣੀ ਕੈ ਨਾਹੀ ਮਨ। ਜਿਸ ਬੰਦੇ ਦੇ ਮਨ ਵਿੱਚ ਪਰਮਾਤਮਾ ਦੀ ਭਗਤੀ ਨਹੀਂ, ਜੈਸੇ ਸੁਕਰ ਸੁਆਨ ਨਾਨਕ ਮਾਨੋ ਤਾਹੀ ਤਨ, ਉਹ ਸਰੀਰ ਉਸ ਸੂਰ ਵਰਗਾ, ਉਸ ਕੁੱਤੇ ਦੀ ਨਿਆਈ ਹੈ, ਜਿਹੜਾ ਅਸਲ ਦੇ ਵਿੱਚ ਕਹਿਣ ਲੱਗੇ ਮਨੁੱਖਾਂ ਦੇ ਤਲ ਤੋਂ ਬਹੁਤ ਨੀਵਾਂ ਹੈ, ਪਰ ਉਹਨਾਂ ਵਿੱਚ ਵੀ ਖੂਬੀਆਂ, ਉਹਨਾਂ ਵਿੱਚ ਵੀ ਚੰਗਿਆਈਆਂ। ਮਹਾਰਾਜ ਅਗਲੇ ਸ਼ਲੋਕ ਵਿੱਚ ਆਖਦੇ ਨੇ, ਕਹਿਣ ਲੱਗੇ ਵੇਖ ਇਹ ਕੂਕਰ ਵੱਲ, ਸੁਆਮੀ ਕੋ ਗ੍ਰਹ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਹੁਣ ਕੁੱਤੇ ਦੇ ਅੰਦਰ ਕੁਝ ਖੂਬੀਆਂ ਪਾਈਆਂ ਜਾਂਦੀਆਂ, ਜੇ ਉਹਦੇ ਵਿੱਚ ਔਗਣ ਨੇ ਤੇ ਉਹਦੇ ਵਿੱਚ ਚੰਗਿਆਈਆਂ ਵੀ। ਕੁੱਤੇ ਦਾ ਔਗਣ ਕੀ ਹੈ? ਕੁੱਤੇ ਦਾ ਪਹਿਲਾ ਔਗਣ ਇਹ ਹੈ ਕਿ ਉਹ ਅਸਲ ਦੇ ਵਿੱਚ ਜਦੋਂ ਵੀ ਇੱਕ ਰੋਟੀ ਖਾਣ ਲੱਗੇ, ਤੁਸੀਂ ਦੂਜੀ ਸੁੱਟੋ, ਪਹਿਲੀ ਨੂੰ ਛੱਡ ਕੇ ਤੇ ਦੂਜੀ ਨੂੰ ਖਾਣ ਲੱਗ ਪਏ, ਤੀਜੀ ਵਗਾਓ, ਉਹ ਦੂਜੀ ਨੂੰ ਛੱਡ ਕੇ ਫਿਰ ਤੀਜੀ ਖਾਣ ਲੱਗ ਪਏ। ਕਿਉਂ? ਉਹਦੇ ਅੰਦਰ ਸਬਰ ਨਹੀਂ। ਉਹਨੂੰ ਇੰਝ ਲੱਗਦਾ ਵੀ ਸ਼ਾਇਦ ਆ ਪਹਿਲੀ ਜਿਹੜੀ ਹੈ ਇਹਨੂੰ ਮੈਂ ਰੱਖ ਲਵਾਂ, ਦੂਜੀ ਕੋਈ ਹੋਰ ਨਾ ਲੈ ਜਾਵੇ। ਜੇ ਦੂਜੀ ਮਿਲੇਗੀ, ਤੀਜੀ ਵਗਾਓਗੇ ਤੇ ਦੂਜੀ ਨੂੰ ਸਾਂਭਣ ਲੱਗ ਜਾਏਗਾ। ਮਹਾਰਾਜ ਕਹਿ ਲਗੇ ਇਹ ਉਹਦੇ ਅੰਦਰ ਔਗਣ ਹੈ। ਦੂਸਰਾ ਔਗਣ ਉਹਦੇ ਅੰਦਰ ਇਹ ਹੈ, ਕਹਿਣ ਲੱਗੇ ਉਹ ਦਰ ਦਰ ਤੇ ਭਟਕਦਾ ਹੈ, ਕਦੀ ਕਿਸੇ ਦਰ ਤੇ, ਕਦੀ ਕਿਸੇ ਦਰ ਤੇ, ਕਦੀ ਕਿਸੇ ਦਰ ਤੇ। ਤੀਜਾ ਔਗਣ ਇਹ ਹੈ, ਜੇ ਇਹ ਹਲਕ ਜਾਵੇ ਤਾਂ ਇਹ ਆਪਣੇ ਮਾਲਕ ਨੂੰ ਵੱਢਣ ਲੱਗਿਆ ਵੀ ਦੇਰ ਨਹੀਂ ਕਰਦਾ। ਜੋ ਕੁੱਕਰ ਹਰਕਾਇਆ, ਕਹਿਣ ਲੱਗੇ ਜਿਵੇਂ ਕੁੱਤਾ ਹਲਕ ਜਾਂਦਾ ਹੈ ਨਾ, ਫਿਰ ਉਦੋਂ ਉਹਨੂੰ ਮਾਰਨਾ ਚੰਗਾ, ਕਿਉਂਕਿ ਫਿਰ ਆਪਣੇ ਮਾਲਕ ਨੂੰ ਵੱਢਣ ਲੱਗਿਆ ਸੰਕੋਚ ਨਹੀਂ ਕਰੇਗਾ। ਉਹਨੇ ਫਿਰ ਇਹ ਨਹੀਂ ਵੇਖਣਾ ਮੇਰਾ ਮਾਲਕ। ਇਹ ਔਗਣ ਨੇ, ਪਰ ਉਹਦੇ ਵਿੱਚ ਕੁਝ ਖੂਬੀਆਂ ਵੀ ਨੇ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਖਦੇ ਨੇ ਕਿ ਉਹਦੇ ਅੰਦਰ ਖੂਬੀ ਇਹ ਹੁੰਦੀ ਹੈ, ਜਿਹੜਾ ਸਮਝਦਾਰ ਵਫਾਦਾਰ ਕੁੱਤੇ ਨੂੰ ਆਪਣੇ ਮਾਲਕ ਦੇ ਦਰ ਨੂੰ ਕਦੀ ਛੱਡਦਾ ਨਹੀਂ। ਮਾਲਕ ਭਾਵੇਂ ਜਿੰਨਾ ਮਰਜ਼ੀ ਮਾਰੇ। ਬੁੱਲੇ ਸ਼ਾਹ ਦੇ ਜੀਵਨ ਵਿੱਚ ਬੜੀ ਪਿਆਰੀ ਘਟਨਾ ਵਾਪਰੀ। ਕਹਿੰਦੇ ਬੁੱਲੇ ਸ਼ਾਹ ਦਾ ਜਦੋਂ ਮੁਰਸ਼ਿਦ ਨਾਰਾਜ਼ ਹੋ ਗਿਆ, ਰੁੱਸ ਗਿਆ, ਤੇ ਉਹ ਆਪਣੇ ਮੁਰਸ਼ਿਦ ਨੂੰ ਛੱਡ ਕੇ, ਜਦੋਂ ਉਹਦੇ ਮੁਰਸ਼ਿਦ ਨੇ ਕਹਿ ਲਗੇ ਘਰੋਂ ਕੱਢ ਦਿੱਤਾ ਵੀ ਜਾ, ਤੇਰਾ ਮੇਰਾ ਕੋਈ ਨਾਤਾ ਨਹੀਂ ਅੱਜ ਤੋਂ ਬਾਅਦ। ਕਹਿਣਗੇ ਬੁੱਲੇ ਸ਼ਾਹ ਜਦੋਂ ਆਪਣੇ ਮਾਲਕ ਨੂੰ ਛੱਡ ਕੇ ਤੇ ਬਾਹਰ ਆ ਗਿਆ, ਤੇ ਉਸ ਸਮੇਂ ਉਹਨੇ ਕੀ ਵੇਖਿਆ? ਰਸਤੇ ਵਿੱਚ ਇੱਕ ਮਾਲਕ ਆਪਣੇ ਕੁੱਤੇ ਨੂੰ ਮਾਰੇ ਗਏ, ਬੜਾ ਮਾਰੇ ਕੁੱਤਾ, ਉਹਨੂੰ ਮਾਰੇ ਕੁੱਤਾ, ਫਿਰ ਘਰ ਦੇ ਅੰਦਰ ਜਾਵੇ, ਉਹਨੂੰ ਬਾਹਰ ਧੱਕ ਕੇ ਕੱਢਿਓ, ਫਿਰ ਘਰ ਦੇ ਅੰਦਰ ਜਾਵੇ। ਅਖੀਰ ਮਾਲਕ ਨੇ ਉਹਨੂੰ ਕੁੱਤੇ ਨੂੰ ਪਿਆਰ ਕੀਤਾ, ਉਹਨੂੰ ਰੋਟੀ ਅੰਦਰੋਂ ਲਿਆ ਕੇ ਅੱਗੇ ਪਾ ਕੇ ਰੱਖੀ, ਤੇ ਕੁੱਤਾ ਬੜਾ ਖੁਸ਼ ਹੋਇਆ। ਬੁੱਲੇ ਸ਼ਾਹ ਉਸ ਕੁੱਤੇ ਨੂੰ ਵੇਖ ਕੇ ਬੜੇ ਹੈਰਾਨ ਹੋਏ, ਕਹਿਣ ਲੱਗੇ ਮੇਰੇ ਨਾਲੋਂ ਤੂੰ ਚੰਗਾ, ਘੱਟੋ ਘੱਟ ਤੂੰ ਇੰਨੀ ਮਾਰ ਖਾ ਕੇ ਆਪਣੇ ਮਾਲਕ ਨੂੰ ਮਨਾ ਤੇ ਲਿਆ, ਮੈਂ ਤੇ ਤੇਰੇ ਤੋਂ ਵੀ ਕਿਤੇ ਥੱਲੇ ਆ। ਇਸ ਕਰਕੇ ਬੁੱਲੇ ਸ਼ਾਹ ਨੇ ਆਖਤਾ, ਕਹਿਣ ਲੱਗੇ ਉੱਠ ਬੁੱਲਿਆ ਤੂੰ ਵੀ ਪੀਰ ਮਨਾ ਲੈ, ਨਹੀਂ ਤਾਂ ਬਾਜੀ ਲੈ ਜਾਵਣਗੇ ਕੁੱਤੇ ਤੇਥੋਂ ਉੱਤੇ। ਬੁੱਲਿਆ ਅੱਜ ਸਮਾਂ ਹੈ, ਤੂੰ ਆਪਣੇ ਮਾਲਕ ਨੂੰ ਮਨਾ ਲੈ, ਨਹੀਂ ਤਾਂ ਕੁੱਤੇ ਤੇਰੇ ਤੋਂ ਜਿੱਤ ਜਾਣਗੇ, ਕਿਉਂਕਿ ਕੁੱਤੇ ਨੇ ਆਪਣੇ ਮਾਲਕ ਨੂੰ ਮਨਾ ਲਿਆ। ਸਹਿਬ ਆਖਦੇ ਨੇ ਕਿਤੇ ਤੇਰੇ ਅੰਦਰ ਕੁੱਤੇ ਵਾਲੀ ਇਹ ਵਫਾਦਾਰੀ ਵਾਲੀ ਭਾਵਨਾ ਹੀ ਕਿਤੇ ਬਣ ਜਾਵੇ ਜਿਵੇਂ ਉਹਦੇ ਅੰਦਰ। ਧੰਨ ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਇੱਕ ਦਿਨ ਦਰਬਾਰ ਸਜਿਆ, ਤੇ ਭਾਈ ਨੰਦ ਲਾਲ ਜੀ ਆ ਕੇ ਬੈਠੇ, ਤੇ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਕਸਰ ਉਹ ਆ ਕੇ ਬੈਠਦੇ ਨੇ, ਦਰਬਾਰ ਦੇ ਵਿੱਚ ਸੰਗਤ ਕਰਦੇ ਨੇ। ਪਰ ਉਹਨਾਂ ਦੇ ਅੰਦਰ ਇੱਕ ਭਾਵਨਾ ਇਹ ਹੈ, ਉਹ ਆਖਦੇ ਨੇ ਮਾਲਕ ਮੈਂ ਤੇਰੇ ਦਰ ਦਾ ਕੁੱਕਰ ਆ, ਕੁੱਤਾ ਆ, ਮੈਂ ਤੇਰੇ ਦਰ ਦਾ ਕੁੱਤਾ ਆ। ਇਹ ਮਾਲਕ ਤੂੰ ਮੇਰਾ ਮਾਲਕ ਆ, ਮੈਂ ਤੇਰੇ ਦਰ ਦਾ ਕੁੱਤਾ ਆ। ਭਾਈ ਨੰਦ ਲਾਲ ਜੀ ਕੀ ਵੇਖਦੇ ਨੇ, ਜਦੋਂ ਪਾਤਸ਼ਾਹ ਜੀ ਦੀਵਾਨਾਂ ਦੀ ਸਮਾਪਤੀ ਕਰਦੇ ਨੇ, ਇੱਕ ਗੁਰੂ ਦਾ ਪਿਆਰਾ ਸਿੰਘ ਪ੍ਰਸ਼ਾਦਾ ਲਿਆ ਕੇ ਗੁਰੂ ਦੇ ਪਾਤਸ਼ਾਹ ਜੀ ਨੂੰ ਛਕਾਉਂਦਾ ਹੈ। ਪ੍ਰਸ਼ਾਦਾ ਛਕਾਉਂਦਾ ਤੇ ਕਲਗੀਧਰ ਪਾਤਸ਼ਾਹ ਜੀ ਦੇ ਸਾਹਮਣੇ ਕੁੱਕਰ ਬੈਠਾ ਸੀ, ਕੁੱਤਾ ਬੈਠਾ ਸੀ।
ਉਹ ਕੀ ਕਰਦਾ, ਪੂਛ ਲਾਉਂਦਾ ਤੇ ਮਾਰਚ ਵੱਲ ਵੇਖਦਾ। ਸਤਿਗੁਰ ਪਾਤਸ਼ਾਹ ਜੀ ਇੱਕ ਬੁਰਕੀ ਤੋੜ ਕੇ ਆਪਣੇ ਮੁਖ ਵਿੱਚ ਪਾਉਂਦੇ ਨੇ। ਉਹ ਕੁੱਤਾ ਫਿਰ ਵੇਖਦਾ, ਸ਼ਾਇਦ ਉਡੀਕ ਕਰਦਾ। ਤੁਸੀਂ ਵੇਖਿਆ ਹੋਵੇਗਾ ਘਰ ਦੇ ਵਿੱਚ ਕੁੱਕਰ ਹੋਵੇ ਤੇ ਮਾਲਕ ਰੋਟੀ ਖਾਂਦਾ ਹੋਵੇ ਤੇ ਉਹਦੇ ਅੰਦਰ ਇੱਕ ਲਾਲਸਾ ਬਣੀ ਰਹਿੰਦੀ, ਸ਼ਾਇਦ ਆਹ ਬੁਰਕੀ ਮੇਰੇ ਵੱਲ ਮੇਰਾ ਮਾਲਕ ਪਾਵੇ। ਹੁਣ ਕੁੱਕਰ ਬੈਠਾ ਤੇ ਕਲਗੀਧਰ ਪਾਤਸ਼ਾਹ ਜੀ ਵੱਲ ਵੇਖੇ। ਆਖਰ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਬੁਰਕੀ ਰੋਟੀ ਦੀ ਤੋੜ ਕੇ ਕੁੱਤੇ ਅੱਗੇ ਪਾਈ ਤੇ ਉਹ ਕੁੱਤਾ ਬੁਰਕੀ ਲੈ ਕੇ ਚਲਾ ਗਿਆ। ਭਾਈ ਨੰਦ ਲਾਲ ਜੀ ਵੇਖ ਰਹੇ ਸਨ। ਹੁਣ ਅਗਲੇ ਦਿਨ ਭਾਈ ਨੰਦ ਲਾਲ ਜੀ ਇਹ ਸਾਰੀ ਖੇਡ ਨੂੰ ਵੇਖ ਕੇ ਉਹ ਕੀ ਕਰਦੇ ਨੇ, ਅਗਲੇ ਦਿਨ ਉਹ ਜਿੱਥੇ ਕੁੱਕਰ ਬੈਠਾ ਸੀ ਭਾਈ ਨੰਦ ਲਾਲ ਜੀ ਉੱਥੇ ਆ ਕੇ ਬੈਠ ਜਾਂਦੇ। ਜਦੋਂ ਉੱਥੇ ਆ ਕੇ ਬੈਠੇ ਤੇ ਕਲਗੀਧਰ ਪਾਤਸ਼ਾਹ ਜੀ ਵੇਖਿਆ ਵੀ ਕਿੰਨੇ ਅਜੀਬ ਢੰਗ ਨਾਲ ਬੈਠੇ ਨੰਦ ਲਾਲ ਜੀ। ਹੁਣ ਗੁਰਦੇਵ ਪਾਤਸ਼ਾਹ ਜੀ ਪ੍ਰਸ਼ਾਦਾ ਛਕ ਰਹੇ ਨੇ, ਪਰ ਨਾਲ ਇੱਕ ਬੜੀ ਪਿਆਰੀ ਨਜ਼ਰ ਦੇ ਨਾਲ ਤੇ ਮੁਖ ਤੋਂ ਬੋਲ ਉਚਾਰਨ ਕਰਕੇ ਕਹਿੰਦੇ ਨੇ ਵੀ ਨੰਦ ਲਾਲ ਤੂੰ ਅੱਜ ਇਸ ਤਰੀਕੇ ਨਾਲ ਬੇਢੰਗਾ ਜਿਹਾ ਕਿਉਂ ਬੈਠਾ? ਤੇ ਭਾਈ ਨੰਦ ਲਾਲ ਜੀ ਕਹਿਣਗੇ, ਸਤਿਗੁਰੂ ਕੱਲ ਇੱਕ ਕੁੱਤਾ ਤੁਹਾਡੇ ਸਾਹਮਣੇ ਬੈਠਾ ਸੀ, ਤੁਸੀਂ ਉਹਦੇ ਤੇ ਤਰਸ ਖਾਦਾ, ਕਿਰਪਾ ਕੀਤੀ ਤੇ ਪਾਤਸ਼ਾਹ ਇੱਕ ਬੁਰਕੀ ਤੁਸੀਂ ਉਹਨੂੰ ਤੋੜ ਕੇ ਦੇ ਦਿੱਤੀ। ਮੈਨੂੰ ਪੱਕਾ ਵਿਸ਼ਵਾਸ ਹੈ ਤੁਹਾਡੇ ਹੱਥਾਂ ਤੋਂ ਬੁਰਕੀ ਲੈ ਕੇ ਸ਼ਾਇਦ ਕੁੱਤੇ ਦਾ ਜੀਵਨ ਵੀ ਸਫਲਾ ਹੋ ਗਿਆ ਹੋਵੇਗਾ। ਆਨੰਦ ਲਾਲ ਤੁਹਾਡੇ ਦਰ ਦਾ ਕੁੱਕਰ ਹੈ, ਕੁੱਤਾ ਹੈ, ਕਿਰਪਾ ਕਰੋ ਮਿਹਰ ਭਰੀ ਇੱਕੋ ਬੁਰਕੀ ਦੇ ਦਿਓ ਜਿਹਦੇ ਨਾਲ ਨੰਦ ਲਾਲ ਦਾ ਜੀਵਨ ਵੀ ਸਫਲਾ ਹੋ ਜਾਵੇ। ਪਾਤਸ਼ਾਹ ਜੀ ਉੱਠੇ, ਨੰਦ ਲਾਲ ਨੂੰ ਆਪਣੇ ਸੀਨੇ ਨਾਲ ਲਾ ਲਿਆ। ਕਹਿਣਗੇ, ਨੰਦ ਲਾਲ ਇੰਨੀ ਭਾਵਨਾ, ਇੰਨਾ ਪਿਆਰ ਗੁਰੂ ਦੇ ਨਾਲ। ਸੱਚ ਇਹ ਹੈ ਜਿੱਦਣ ਅਸੀਂ ਮਾਲਕ ਦੇ ਦਰ ਤੇ ਆਵਾਂਗੇ, ਮਹਾਰਾਜ ਕਹਿਣਗੇ ਕਦੀ ਕੁੱਕਰ ਬਣ ਕੇ ਆ ਜਾ। ਪਰ ਮਾਲਕ ਦਾ ਸਹਿਬ ਰੱਬੀ ਬਾਣੀ ਅੰਦਰ ਆਖਦੇ ਨੇ, ਕਹਿ ਲਗੇ ਮੈਂ ਤੇਰੇ ਦਰ ਦਾ ਕੁੱਕਰ ਹਾਂ ਮਾਲਕ, ਹਮ ਕੁੱਕਰ ਤੇਰੇ ਦਰਬਾਰ, ਭੌਂਕੈ ਆਗੈ ਬਦਨ ਪਸਾਰ। ਅਸੀਂ ਕੁੱਕਰ ਹਾਂ, ਤੇਰੇ ਦਰ ਤੇ ਆਏ ਹਾਂ ਮਾਲਕ, ਅਸੀਂ ਭੌਂਕਦੇ ਹਾਂ। ਮਾਲਕ ਤੂੰ ਸਾਡੇ ਅੰਦਰ ਦੀ ਆਵਾਜ਼ ਨੂੰ ਸੁਣ। ਅਸੀਂ ਕੁੱਤੇ ਦੀ ਨਹੀਂ, ਆਪਣੇ ਅੰਦਰ ਦੀ ਜਿਹੜੀ ਗੱਲ ਹੈ ਉਹ ਤੇਰੇ ਅੱਗੇ ਰੱਖਦੇ ਆ। ਮਹਾਰਾਜ ਕਿਰਪਾ ਕਰ। ਬਾਬਾ ਕਬੀਰ ਜੀ ਤਾਂ ਇੱਥੋਂ ਤੱਕ ਕਹਿਣ ਲੱਗੇ ਅਸਲ ਦੇ ਵਿੱਚ ਮੈਂ ਤੇਰੇ ਦਰ ਦਾ ਕੁੱਕਰ ਹਾਂ। ਤੇ ਕਹਿਣ ਲੱਗੇ ਮੈਂ ਤੇਰੇ ਦਰ ਦਾ ਕੁੱਕਰ ਹੀ ਨਹੀਂ, ਮੇਰਾ ਨਾਮ ਵੀ ਕਹਿਣ ਲੱਗੇ ਮੋਤੀ ਹੈ, ਮੇਰਾ ਨਾਮ ਵੀ ਮੋਤੀ, ਤੇਰੇ ਦਰ ਦਾ ਕੁੱਕਰ ਹਾਂ। ਪਰ ਮਾਲਕ ਇੱਕ ਕਿਰਪਾ ਕਰੀ, ਮੈਂ ਤੇਰੀ ਰਜ਼ਾ ਵਿੱਚ, ਤੇਰੇ ਭਾਣੇ ਵਿੱਚ ਰਵਾਂ, ਤੇਰੇ ਹੁਕਮ ਵਿੱਚ ਰਵਾਂ। ਤੂੰ ਜਿੱਧਰ ਵੀ ਮੈਨੂੰ ਲੈ ਕੇ ਜਾਵੇਂ ਮੈਂ ਉਧਰ ਜਾਣ ਲਈ ਤਿਆਰ ਹੋ ਜਾਵਾਂ। ਬਸ ਕਿਰਪਾ ਕਰੀ, ਜਿੱਧਰ ਵੀ ਤੂੰ ਲੈ ਕੇ ਜਾਵੇਂ ਮੈਂ ਉਧਰ ਹੀ ਤੁਰਿਆ ਜਾਵਾਂ। ਮੈਂ ਤੇਰੇ ਹੁਕਮ ਵਿੱਚ ਤੁਰਨ ਵਾਲਾ ਕੁੱਕਰ ਬਣਿਆ ਰਵਾਂ, ਕਦੀ ਤੇਰੇ ਹੁਕਮ ਤੋਂ ਬਾਗੀ ਹੋ ਕੇ ਨਾ ਜੀਵਨ ਬਤੀਤ ਕਰਾਂ, ਤੇਰੀ ਰਜ਼ਾ, ਤੇਰੇ ਭਾਣੇ ਵਿੱਚ ਰਵਾਂ। ਇਸ ਕਰਕੇ ਕਬੀਰ ਸਾਹਿਬ ਆਖਦੇ ਨੇ ਮੈਂ ਤੇਰੇ ਦਰ ਦਾ ਕੁੱਕਰ ਹੋਣਾ ਪਸੰਦ ਕਰਦਾ ਵਾਂ ਉਸ ਮਨੁੱਖ ਨਾਲੋਂ ਜਿਹੜਾ ਤੇਰੀ ਬੰਦਗੀ ਨਹੀਂ ਕਰਦਾ, ਜਿਹੜਾ ਤੇਰਾ ਨਾਮ ਨਹੀਂ ਜਪਦਾ, ਜਿਹੜਾ ਤੇਰੇ ਚਰਨਾਂ ਨਾਲ ਨਹੀਂ ਜੁੜਦਾ। ਉਸ ਨਾਲੋਂ ਚੰਗਾ ਹੈ ਮੈਂ ਕੁੱਕਰ ਹੋ ਕੇ ਤੇਰੇ ਦਰ ਤੇ ਰਹਿ ਜਾਵਾਂ, ਤੇਰੇ ਦਰ ਤੇ ਰਹਿ ਕੇ ਕਹਿਣ ਲੱਗੇ ਤੇਰੇ ਚਰਨਾਂ ਦੀ ਸੇਵਾ ਕਰਨਾ। ਬੜੀ ਪਿਆਰੀ ਰੱਬੀ ਬਾਣੀ ਦਾ ਬਚਨ ਆਪਾਂ ਪੜ੍ਹਦੇ ਹਾਂ। ਮਹਾਰਾਜ ਆਖਦੇ ਨੇ, ਕਹਿਣ ਲੱਗੇ ਇੱਕ ਗੱਲ ਯਾਦ ਰੱਖੀ, ਜਦੋਂ ਵੀ ਕਦੀ ਗਲੀ ਦੇ ਵਿੱਚ ਕੁੱਤੇ ਹੁੰਦੇ ਨੇ ਨਾ ਤੇ ਆਖਰ ਕਿਤੇ ਬਾਹਰ ਦੂਜੀ ਕਿਸੇ ਕਲੋਨੀ ਦਾ ਕੁੱਤਾ ਲੰਘਦਾ ਹੋਵੇ ਤੇ ਉਹਨੂੰ ਇੱਕ ਕੰਮ ਕਰਕੇ ਲੰਘਣਾ ਪੈਂਦਾ, ਪੂਛ ਥੱਲਿਓਂ ਦੀ ਕਰਕੇ ਨੀਵਾ ਜਿਹਾ ਵੜ ਕੇ ਤੁਰ ਜਾਂਦਾ ਹੈ, ਕਿਉਂਕਿ ਉਹਨੂੰ ਪਤਾ ਵੀ ਇੰਨੇ ਸਾਰੇ ਨੇ ਤੇ ਇਹਨਾਂ ਨੇ ਮੈਨੂੰ ਛੱਡਣਾ ਨਹੀਂ। ਕਿਤੇ ਭੁਲੇਖੇ ਨਾਲ ਕੋਈ ਗਲਤ ਗਲੀ ਆ ਜਾਏ ਨਾ ਕੁੱਤਾ, ਉਸ ਗਲੀ ਦੇ ਕੁੱਤੇ ਵੱਲੋਂ ਕੁੱਤੇ ਨੂੰ ਲੰਘਣ ਨਹੀਂ ਦਿੰਦੇ। ਪਰ ਸੱਚ ਜਾਣਿਓ ਅਗਲੇ ਦਿਨ ਉਹੀ ਕੁੱਤਾ ਆਪਣੇ ਮਾਲਕ ਨਾਲ ਤੁਰਿਆ ਹੁੰਦਾ ਤੇ ਹੁਣ ਕੋਈ ਕੁੱਤਿਆਂ ਦੀ ਹਿੰਮਤ ਨਹੀਂ ਵੀ ਉਸ ਵੱਲ ਕਹਿਣਗੇ ਭੌਂਕ ਵੀ ਲੈਣ, ਕਿਸੇ ਦੀ ਹਿੰਮਤ ਨਹੀਂ। ਹੁਣ ਕੁੱਕਰ ਉਹੀ ਹੈ ਪਰ ਆਪਣੇ ਮਾਲਕ ਦੇ ਨਾਲ ਹੈ। ਉਹ ਕਹਿੰਦਾ ਹੁਣ ਮੇਰੇ ਵੱਲ ਵੇਖ ਕੇ ਵਿਖਾਓ। ਹੁਣ ਦੱਸੋ, ਕੱਲ ਮੈਂ ਇਕੱਲਾ ਸਾਂ ਇਸ ਕਰਕੇ ਤੁਸੀਂ ਸਾਰੇ ਆ ਗਏ, ਅੱਜ ਮੇਰਾ ਮਾਲਕ ਮੇਰੇ ਨਾਲ ਹੈ, ਅੱਜ ਤੁਹਾਡੀ ਜ਼ਰੂਰਤ ਨਹੀਂ। ਮਹਾਰਾਜ ਕਹਿਣ ਲੱਗੇ ਏਤੇ ਕੁੱਕਰ ਹਉ ਬੇਗਾਨਾ ਭੌਂਕਾਂ ਇਸ ਤਨ ਤਾਂ। ਕਹਿਣ ਲੱਗੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਨੇ ਨਾ ਉਹ ਕੁੱਤੇ ਨੇ। ਤੇ ਕਹਿਣ ਲੱਗੇ ਮੈਂ ਇਕੱਲਾ ਆ, ਇਹ ਸਾਰੇ ਮੈਨੂੰ ਇਕੱਲਾ ਵੇਖ ਕੇ ਤੇ ਕਹਿਣ ਲੱਗੇ ਭੌਂਕਣ ਲੱਗ ਪੈਂਦੇ ਨੇ। ਮੇਰੀ ਹਿੰਮਤ ਨਹੀਂ ਹੁੰਦੀ ਮੈਂ ਨਾ ਅੱਗੇ ਬੋਲ ਸਕਾਂ, ਪਰ ਜਿੱਦਣ ਮੇਰਾ ਮਾਲਕ ਮੇਰੇ ਨਾਲ ਹੁੰਦਾ
कह लगे फिर किसी की जरूरत नहीं होती भी कोई काम क्रोध मेरे के सामने कह लगे खड़ो के तो मेरे उत्ते हुक्म चला सके, किसी की हिम्मत नहीं। तो महाराज पातशाह जी आते ने घट्टो घट स्वान का एक गुण ही अपने जीवन में धारण कर लिया कि वो अपने मालिक का वफादार होता है। उनके अंदर जे बहुत सारे अवगुण ने तो उनके अंदर खूबियां भी बहुत, उनके अंदर खूबियां भी बहुत। एक SS अमोल करके प्रिंसीपल SS अमोल होए ने ते उन्हां दा जीवन जिहड़ा है वो बचपन तो ही बड़ा गरीब परिवार में होने कारण बचपन में माँ बाप चढ़ाई कर गए, पर वो जिथे अक्सर बच्चों को रखा जाता है वो बाल आश्रम के आके वो बचपन के अपना जीवन बतीत कर लगे, पर दिमाग करके बहुत सियाणे सन, बुद्धिवान सन। जदों उन्हां दी उम्र कुछ 12-13 साल की हुई तो वो वड्डियां वड्डियां महासभा के बोलते होंदे सन, जाके जिथे धर्म सम्मेलन होंदे सन। एक बार एक धर्म सम्मेलन में उन्होंने कोई 10-15 मिनट की स्पीच दी तो उत्थे बहुत धर्मां के लोग बैठे हुए सन। तो उन्होंने जदों वो स्पीच सुनी तो बड़े प्रभावित हुए। अजे छोटी उम्र सी पर उन्हों की शब्दावली तो उन्होंने बोलों को सुन के सारे लोग प्रभावित हुए। कह लगे जदों वो सारा समागम खत्म होया, एक क्रिश्चियन जिहड़ा विद्वान सी वो SS अमोल को आया। जदों आया तो उन्हें आख्या, कह लगे बेटा तू बहुत ही कमाल का बोले, मैं बड़ा प्रभावित होया ते मैं तेन कुछ गल कहनी चाहना वा, जे तू मेरी गल सुने। उन्हें आख्या दसो। कह लगा तेरे माँ बाप कौन ने, मैनू ये दस जिन्हों ने तेन इन्नी सिक्ख्या सुनी। उन्हें आख्या मेरे माँ बाप नहीं है कि मैं अनाथ हाँ, अनाथ आश्रम में रहना मैं। उन्हें आख्या अच्छा। कह लगा फिर एक काम करी, आ ला मेरा कार्ड, जिंदगी में तेन कभी कोई काम पवे तो मेरे को आ जा। हाँ जे तू अगे कुछ विद्या हासिल करना चाहना है तो मैं तेन विदेश में भी भेज सकता हाँ, आ मेरा कार्ड, जे तेरा मन बने तो मेरे घर आ जा। उन्हें आख्या ठीक है जी। कार्ड अपने को रख लिया। SS अमोल कह लगे मैं बहुत समय तक सोचता रहा, मन में विचार आया भी कुछ विद्या हासिल करांगा, विदेश में जावांगा, तो ये मन में लालसा जागी भी शायद हो सकता कोई बांह फड़ दे, मैनू कोई सहारा दे दे। कह लगे उस दिन मैं मन में विचार बना के जदों मैं उस क्रिश्चियन के घर गया, बाहर दरवाजा खड़काया, दरवाजा खुलिया तो अंदर वो अंग्रेज विद्वान किसी सज्जन नाल कोई गल कर रहा सी। कह लगे मैं बाहर बैठा तो मैनू भुख लगी, मैं एक प्रशादा अपने नाल लैके गया। भुख लगी, मैं प्रशादा कढ़ के खान लगा, मेरे सामने उस घर का कुत्ता बैठा सी। मैं प्रशादा खा रहा, कुत्ता मेरे वाल वेख रहा सी। अचानक मैं एक दो बुरकी तोड़ के तो कुत्ते ने सुट्टी, पर उस कुत्ते ने रोटी नहीं खाधी। इन्ना चलो अंग्रेज विद्वान बाहर आया। जब बाहर आया तो उन्हें वेख्या, उन्हें पूछा भी रोटी किने पाई। कह लगा मैं। उन्हें आख्या फिर तेनों पता नहीं कि मेरा वफादार कुत्ता है, किसी की पाई कोई रोटी को खाता नहीं। मेरा वफादार कुत्ता है, किसी की पाई हुई रोटी को खाता नहीं। जब ये गल आखी तो कह लगे SS अमोल, मैं उस वेले उठ खलोता, जे मैं गुरु रामदास पातशाह जी की सिक्खी धारण की है, जे गुरु नानक साहब पातशाह जी के उपदेशों को मैं अज तक मन का स्वीकार करना आया, जे मैं कलगीधर पातशाह जी के खंडे बाटे का अमृत लिया तो मेरा बाप वो है, जे उन्हें मैनू जीवन में कामयाब बनाना होगा तो बनावेगा। मैं अपने मालिक के दर को छड़ के जे इसका कुत्ता किसी की पाई गुरकी स्वीकार नहीं करता तो मैं कलगीधर पातशाह जी का सिख होके कह लगे फिर इनकी अधीनगी किवें कबूल कर लवां। कह लगे एक सिक्ख्या तो एक कुत्ते को सिक्ख्या जीवन में मिली तो जीवन बदल गया। SS अमोल उच्च विद्या भी हासिल की, पटियाला यूनिवर्सिटी के प्रोफैसर भी रहे, भाषा विभाग में कुछ अहदे ते रहे। बहुत सारिया उन्होंने किताबां भी जिहड़ियां ने वो अज सानूं पढ़न नूं मिलदियां ने, पर उन्होंने बचपन में इस घटना को सिक्ख्या धारण कर ली ते गुरु ते भरोसा ते नीचा कर लिया। मालिक जे एक कुत्ता अपने मालिक की कह लगे वफादारी करके किसी की बुरकी नहीं खाता, मैं भी तेरे दर दा कह लगे सेवक हाँ,
ਤਾਂ ਆ ਤੇ ਫਿਰ ਮੈਂ ਤੇਰੀ ਅਧੀਨਗੀ ਛੱਡ ਕੇ ਕਿਸੇ ਦੂਜੇ ਕੋਲ ਕਿਉਂ ਜਾਵਾਂ। ਸੋ ਮਹਾਰਾਜ ਪਾਤਸ਼ਾਹ ਜੀ ਆਖਦੇ ਨੇ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਵਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। हे ਭਾਈ, ਤੂੰ ਵੀ ਆਪਣੇ ਮਾਲਕ ਦਾ ਭਜਨ ਕਰਿਆ ਕਰ, ਨਾਮ ਜਪਿਆ ਕਰ, ਇੱਕ ਮਨ ਇੱਕ ਚਿੱਤ ਹੋ ਕੇ ਬੰਦਗੀ ਕਰਿਆ ਕਰ। ਕਿਉਂਕਿ ਇੱਕ ਮਾਲਕ ਦਾ ਕੁੱਤਾ ਜੇ ਵਫਾਦਾਰ ਆਪਣੇ ਮਾਲਕ ਦੀ ਮਾਰ ਖਾ ਕੇ ਵੀ ਦਰ ਨਹੀਂ ਛੱਡਦਾ, ਤੇ ਫਿਰ ਤੂੰ ਆਪਣੇ ਮਾਲਕ ਦਾ ਦਰ ਕਿਉਂ ਛੱਡਣਾ? ਤੂੰ ਵੀ ਉਹਦਾ ਨਾਮ ਜਪਿਆ ਕਰ, ਸਿਮਰਨ ਕਰਿਆ ਕਰ, ਭਜਨ ਕਰਿਆ ਕਰ। ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਨੂੰ ਸਾਰਿਆਂ ਨੂੰ ਬਾਣੀ ਪੜ੍ਹਨ, ਸੇਵਾ ਸਿਮਰਨ, ਸਤਸੰਗ ਕਰਨ ਦਾ ਬਲ ਬੁੱਧ ਬਖਸ਼ਿਸ਼ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।